ਸਭ ਨੂੰ ਜੈ ਮਸੀਹ ਕੀ ਮਸੀਹ ਦੇ ਵਿੱਚ ਮੇਰੇ ਭੈਣੋ ਤੇ ਭਰਾਓ, ਇੱਕ ਵਾਰ ਫਿਰ ਤੁਹਾਡੇ ਸਭਨਾਂ ਦਾ ਮੈਂ ਸੁਣੋ ਔਰ ਸਮਝੋ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਹਾਂ। ਮੈਂ ਆਸ ਕਰਦਾ ਹਾਂ ਕਿ ਤੁਸੀਂ ਸਭ ਖੁਸ਼ ਹੋ ਔਰ ਪਰਮੇਸ਼ਰ ਨੇ ਤੁਹਾਨੂੰ ਸਭਨਾਂ ਨੂੰ ਸੰਭਾਲ ਕੇ ਰੱਖਿਆ ਹੈ। ਮੈਂ ਧੰਨਵਾਦ ਕਰਦਾ ਪਰਮੇਸ਼ਵਰ ਦਾ ਕਿ ਇੱਕ ਵਾਰ ਫਿਰ ਪਰਮੇਸ਼ਵਰ ਨੇ ਇਹ ਮੌਕਾ ਬਖਸ਼ਿਆ ਹੈ ਜਿਸ ਦੇ ਵਿੱਚ ਅਸੀਂ ਇਕੱਠਿਆਂ ਹੋ ਕੇ ਉਹਦੇ ਵਚਨਾਂ ਦੇ ਵਿੱਚੋਂ ਸਿੱਖ ਸਕੀਏ। ਸੋ ਅੱਜ ਅਸੀਂ ਇੱਕ ਵਿਸ਼ੇ ਦੇ ਬਾਰੇ ਸਿੱਖਾਂਗੇ ਜਿਸ ਦਾ ਨਾਮ ਹੈ ਕ੍ਰੋਧ, ਗੁੱਸਾ, ਐਂਗਰ। ਔਰ ਤੁਸੀਂ ਇਸ ਸ਼ਬਦ ਦੇ ਨਾਲ ਬਹੁਤ ਹੀ ਚੰਗੀ ਤਰ੍ਹਾਂ ਵਾਕਫ ਹੋ। ਕ੍ਰੋਧ, ਗੁੱਸਾ, ਐਂਗਰ। ਸੋ ਕ੍ਰੋਧ ਕੀ ਹੈ? ਕ੍ਰੋਧ ਕਿਉਂ ਆਉਂਦਾ ਹੈ? ਕ੍ਰੋਧ ਕਿਸ ਤਰ੍ਹਾਂ ਪ੍ਰਗਟ ਕੀਤਾ ਜਾਂਦਾ ਹੈ ਅਤੇ ਬਾਈਬਲ ਸਾਨੂੰ ਕ੍ਰੋਧ ਬਾਰੇ ਕੀ ਦੱਸਦੀ ਹੈ, ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ ਹੈ। ਅੱਜ ਅਸੀਂ ਇਸ ਬਾਰੇ ਸਿੱਖਾਂਗੇ। ਸਭ ਤੋਂ ਪਹਿਲਾਂ ਕ੍ਰੋਧ ਕੀ ਹੈ? ਕ੍ਰੋਧ ਸੁਭਾਵਿਕ ਹੈ। ਮਨੁੱਖ ਦੇ ਅੰਦਰ ਕ੍ਰੋਧ ਸੁਭਾਵਿਕ ਹੈ। ਕ੍ਰੋਧ ਇੱਕ ਅਜਿਹੀ ਭਾਵਨਾ ਹੈ ਜਿਸ ਨੂੰ ਮਨੁੱਖ ਸਮੇਂ-ਸਮੇਂ ਸਿਰ ਆਪਣੇ ਜੀਵਨ ਦੇ ਵਿੱਚ ਮਹਿਸੂਸ ਕਰਦਾ ਹੈ। ਕ੍ਰੋਧ ਕਿਉਂ ਆਉਂਦਾ ਹੈ? ਕ੍ਰੋਧ ਉਦੋਂ ਹੀ ਇਨਸਾਨ ਨੂੰ ਆਉਂਦਾ ਹੈ ਜਦੋਂ ਕੁਝ ਉਹਦੀ ਇੱਛਾ ਦੇ ਵਿਰੋਧ 'ਚ ਹੋ ਰਿਹਾ ਹੋਵੇ ਜਾਂ ਕੁਝ ਉਹਦੇ ਵਿਰੋਧ 'ਚ ਬੋਲਿਆ ਹੋਵੇ ਜਾਂ ਕੁਝ ਉਹ ਇਸ ਤਰ੍ਹਾਂ ਦਾ ਦੇਖੇ ਜੋ ਉਸ ਨੂੰ ਪਸੰਦ ਨਹੀਂ। ਅਤੇ ਕ੍ਰੋਧ ਕਿਸ ਤਰ੍ਹਾਂ ਪ੍ਰਗਟ ਹੁੰਦਾ ਹੈ ਮਨੁੱਖੀ ਜੀਵਨ 'ਚੋਂ? ਪਹਿਲਾ ਹੈ ਵਰਬਲੀ, ਦੂਸਰਾ ਹੈ ਨਾਨ ਵਰਬਲੀ। ਵਰਬਲੀ ਕਹਿਣ ਦਾ ਮਤਲਬ ਹੈ ਕਿ ਸ਼ਬਦਾਂ ਰਾਹੀਂ ਕ੍ਰੋਧ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਮਨੁੱਖ ਕ੍ਰੋਧਿਤ ਹੈ। ਔਰ ਦੂਸਰਾ ਬਿਨਾਂ ਸ਼ਬਦਾਂ ਤੋਂ। ਔਰ ਵਰਬਲੀ ਕੀ ਹੁੰਦਾ ਹੈ? ਸ਼ਬਦ ਤੋਂ। ਸ਼ਬਦਾਂ ਤੋਂ ਮਤਲਬ ਇਨਸਾਨ ਕਿਸ ਤਰ੍ਹਾਂ ਬੋਲ ਰਿਹਾ ਹੈ, ਕੀ ਬੋਲ ਰਿਹਾ ਹੈ ਅਤੇ ਉਹਦੇ ਬੋਲਣ ਦਾ ਤਰੀਕਾ ਕੀ ਹੈ, ਉਸ ਦੇ ਨਾਲ ਹੀ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਕ੍ਰੋਧ ਦੇ ਵਿੱਚ ਹੈ ਕਿ ਨਹੀਂ। ਅਤੇ ਨਾਨ ਵਰਬਲੀ ਕਿ ਇਨਸਾਨ ਨੂੰ ਬੋਲਣ ਦੀ ਲੋੜ ਨਹੀਂ ਪੈਂਦੀ, ਉਹਦੇ ਹਾਵ ਭਾਵ ਨਾਲ ਹੀ ਪਤਾ ਲੱਗ ਜਾਂਦਾ ਹੈ। ਜਿਵੇਂ ਕਿ ਵੱਡੀਆਂ ਵੱਡੀਆਂ ਅੱਖਾਂ ਕਰਕੇ ਦੇਖਣਾ, ਦੇਖਦੇ ਸਾਰ ਮੱਥੇ ਤੇ ਵੱਟ ਪਾਉਣਾ, ਉਹਨੂੰ ਨਾ ਬੁਲਾਉਣਾ ਔਰ ਘੂਰ ਕੇ ਵੇਖੀ ਜਾਣਾ। ਇਹ ਕੁਝ ਇਸ ਤਰ੍ਹਾਂ ਦੇ ਚਿੰਨ੍ਹ ਨੇ ਜੋ ਕਿ ਅਸੀਂ ਦੂਸਰੇ ਮਨੁੱਖ ਦੇ ਅੰਦਰ ਵੇਖਦੇ ਤਾਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਬੰਦਾ ਕ੍ਰੋਧ 'ਚ ਹੈ ਜਾਂ ਫਿਰ ਗੁੱਸੇ ਹੈ। ਹੁਣ ਅਸੀਂ ਸਿੱਖਾਂਗੇ ਕਿ ਗੁੱਸੇ ਦਾ ਮਨੁੱਖੀ ਜੀਵਨ 'ਚ ਕੀ ਅਸਰ ਹੁੰਦਾ ਹੈ, ਕਿਸ ਤਰ੍ਹਾਂ ਦਾ ਅਸਰ ਮਨੁੱਖੀ ਜੀਵਨ 'ਚ ਪੈਂਦਾ ਹੈ। ਕੀ ਕ੍ਰੋਧ ਦੇ ਨਾਲ, ਗੁੱਸੇ ਦੇ ਨਾਲ ਇਨਸਾਨ ਬਿਮਾਰ ਪੈ ਸਕਦਾ ਹੈ? ਕਿ ਉਹਦੇ ਸਰੀਰ 'ਚ ਕੋਈ ਇਫੈਕਟ ਪੈ ਸਕਦਾ ਹੈ ਜਾਂ ਅਸਰ ਹੁੰਦਾ ਹੈ? ਕਿ ਉਹਦੇ ਜੀਵਨ 'ਚ ਅਸਰ ਹੁੰਦਾ ਹੈ? ਅਸੀਂ ਸਿੱਖਾਂਗੇ। ਹਾਂ, ਗੁੱਸੇ ਦਾ ਅਸਰ, ਕ੍ਰੋਧ ਦਾ ਅਸਰ ਮਨੁੱਖੀ ਜੀਵਨ ਦੇ ਉੱਪਰ ਹੁੰਦਾ ਹੈ। ਅਸੀਂ ਸਭ ਇਸ ਨੂੰ ਐਕਸਪੀਰੀਅੰਸ ਕਰਦੇ ਹਾਂ, ਅਨੁਭਵ ਕਰਦੇ ਹਾਂ। ਜਦੋਂ ਇੱਕ ਇਨਸਾਨ ਗੁੱਸਾ ਕਰਦਾ ਹੈ, ਕ੍ਰੋਧਿਤ ਹੁੰਦਾ ਹੈ, ਉਹਦਾ ਸਰੀਰ ਕੁਝ ਹਾਰਮੋਨਸ ਨੂੰ ਰਿਲੀਜ਼ ਕਰਦਾ ਹੈ, ਛੱਡਦਾ ਹੈ, ਜਿਸ ਦੇ ਦੁਆਰਾ ਇਨਸਾਨ ਦੇ ਵਿੱਚ ਕਈ ਤਰ੍ਹਾਂ ਦੇ ਅਸਰ ਸਰੀਰ ਦੇ ਵਿੱਚ ਪੈਂਦੇ ਨੇ। ਉਹਦਾ ਬਲੱਡ ਪ੍ਰੈਸ਼ਰ, ਬੋਡੀ ਟੈਂਪਰੇਚਰ ਤੇ ਉਹਦੀ ਸਾਹ ਲੈਣਾ, ਬਰੀਥਿੰਗ ਰੇਟ, ਬੋਡੀ ਟੈਂਪਰੇਚਰ ਤੇ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ ਜਦੋਂ ਇਨਸਾਨ ਗੁੱਸੇ ਹੁੰਦਾ ਹੈ। ਅਤੇ ਹੋਰ ਵੀ ਕਈ ਅਸਰ ਨੇ ਜੋ ਮਨੁੱਖ ਜੀਵਨ ਦੇ ਉੱਤੇ ਪੈਂਦੇ ਨੇ, ਮਨੁੱਖੀ ਸਰੀਰ ਦੇ ਉੱਪਰ ਗੁੱਸੇ ਦੇ ਅਸਰ ਪੈਂਦੇ ਨੇ। ਜਿਵੇਂ ਕਿ ਜਦੋਂ ਲਗਾਤਾਰ ਗੁੱਸਾ ਬਣਿਆ ਰਹਿੰਦਾ ਹੈ ਅਤੇ ਕਈ ਵਾਰ ਇਹ ਗੁੱਸੇ ਦਾ ਅਸਰ ਖਤਰਨਾਕ ਲੈਵਲ ਦੇ ਉੱਤੇ ਚਲੇ ਜਾਂਦਾ ਹੈ। ਔਰ ਜੋ ਲਗਾਤਾਰ ਬਹੁਤ ਜ਼ਿਆਦਾ ਗੁੱਸਾ ਕਰਦੇ ਹਨ, ਉਹਨਾਂ ਨੂੰ ਇਹ ਕੁਝ ਚਿੰਨ੍ਹ ਉਹਨਾਂ ਦੇ ਅੰਦਰ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ, ਕੁਝ ਅਸਰ ਉਹਨਾਂ ਦੇ ਸਰੀਰ 'ਚ ਪੈਂਦੇ ਨੇ। ਜਿਵੇਂ ਕਿ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ, ਹਮੇਸ਼ਾ ਹੀ ਸਿਰ 'ਚ ਦਰਦ ਰਹੇਗਾ, BP ਹਾਈ ਹੋ ਜਾਏਗਾ, ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ, ਨੀਂਦ ਦੀ ਸਮੱਸਿਆ ਆਉਣੀ ਸ਼ੁਰੂ ਹੋ ਜਾਏਗੀ, ਰਾਤ ਨੂੰ ਨੀਂਦ ਨਹੀਂ ਆਵੇਗੀ ਗੁੱਸੇ ਦੇ ਕਾਰਨ, ਜੋ ਖਾਓਗੇ ਉਹ ਪਚੇਗਾ ਨਹੀਂ। ਇਮਿਊਨ ਸਿਸਟਮ, ਸਰੀਰ ਦੇ ਪਾਚਨ ਤੰਤਰ ਤੇ ਇਮਿਊਨ ਸਿਸਟਮ ਤੇ ਵੀ ਫਰਕ ਪਵੇਗਾ, ਪਾਚਨ ਤੰਤਰ ਤੇ ਵੀ ਫਰਕ ਪਵੇਗਾ ਔਰ ਨੀਂਦ ਤੇ ਵੀ ਫਰਕ ਪਵੇਗਾ, ਬਲੱਡ ਪ੍ਰੈਸ਼ਰ ਤੇ ਵੀ ਫਰਕ ਪਵੇਗਾ, ਸਿਰ 'ਚ ਦਰਦ ਵੀ ਹੋਵੇਗਾ। ਇਹ ਕੁਝ ਅਸਰ ਮਨੁੱਖੀ ਜੀਵਨ 'ਚ ਗੁੱਸੇ ਦੇ ਹੁੰਦੇ ਨੇ। ਹੋਰ ਕਈ ਅਸਰ ਮਨੁੱਖੀ ਜੀਵਨ 'ਚ ਹੁੰਦੇ ਨੇ, ਜਿਵੇਂ ਕਿ ਇਨਸਾਨ ਚਿੰਤਾ 'ਚ ਰਹਿਣਾ ਸ਼ੁਰੂ ਕਰ ਦਿੰਦਾ ਆ, ਉਹਦਾ ਆਤਮ ਵਿਸ਼ਵਾਸ ਖਤਮ ਹੋਣਾ ਸ਼ੁਰੂ ਹੋ ਜਾਂਦਾ ਆ, ਉਹਦੇ ਖਾਣ ਪੀਣ ਦਾ ਟਾਈਮ ਹੀ ਬਦਲ ਜਾਂਦਾ ਆ। ਗੁੱਸੇ ਵਿੱਚ ਇਨਸਾਨ ਹੋਰ ਵੀ ਕਈ ਕਦਮ ਚੱਕਦਾ ਹੈ ਕਿ ਗੁੱਸੇ ਤੋਂ ਆਜ਼ਾਦ ਹੋ ਜਾਵੇ। ਜਿਵੇਂ ਕਿ ਉਹ ਸ਼ਰਾਬ ਪੀਣਾ ਸ਼ੁਰੂ ਕਰ ਦਿੰਦਾ ਹੈ, ਨਸ਼ਾ ਕਰਨਾ ਸ਼ੁਰੂ ਕਰ ਦਿੰਦਾ ਹੈ ਔਰ ਜਿਸ ਨਾਲ ਗੁੱਸੇ ਉਹਨੂੰ ਬੁਲਾਣਾ ਬੰਦ ਕਰ ਦਿੰਦਾ ਹੈ, ਲੜਾਈ ਕਰਨਾ ਸ਼ੁਰੂ ਕਰਦਾ ਹੈ, ਉਹਦੇ ਅੰਦਰ ਬਦਲੇ ਦੀ ਭਾਵਨਾ ਆ ਜਾਂਦੀ ਹੈ, ਬਹਿਸ ਕਰਦਾ ਹੈ, ਚੀਜ਼ਾਂ ਨੂੰ ਤੋੜਨਾ ਸ਼ੁਰੂ ਕਰਦਾ ਹੈ, ਚੀਜ਼ਾਂ ਨੂੰ ਸੁੱਟਣਾ ਸ਼ੁਰੂ ਕਰਦਾ ਹੈ ਇਨਸਾਨ।
ਅਤੇ ਆਪਣੇ ਆਪ ਨੂੰ ਨੁਕਸਾਨ ਇਨਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦਾ ਆ। ਉਹਦੀ ਸੋਚਣ ਸਮਝਣ ਦੀ ਸ਼ਕਤੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਆ, ਕਿਉਂਕਿ ਉਹਦੇ ਉੱਪਰ ਕ੍ਰੋਧ ਦਾ ਪੂਰਾ ਅਸਰ ਹੁੰਦਾ ਆ। तो ਅਸੀਂ ਹੁਣ ਤੱਕ ਸਿੱਖਿਆ क्रोध की है, क्रोध क्यों आता है, क्रोध किस तरह प्रगट होता है, क्रोध का असर की है, और इंसान क्रोध तो छुटकारा पाने लिए की करता सी। देखिया कि इंसान की करता है, शराब पींदा, नशे करता, लड़ाई करता, झगड़े करता, बदला लैन की कोशिश करता, चीज़ों को सुटता है, बहस करता है, उच्ची उच्ची बोलता है, मार कुट करता है। जो इंसान क्रोध आता है और बदले दे विच सब वो बहुत कुछ कर जाता फिर बदले की भावना दे विच। ਅਸੀਂ ਦੇਖਾਂਗੇ परमेश्वर की बाणी क्रोध के बारे की दसदी है, गुस्से के बारे की दसदी है, कि गुस्सा करना सही है, कि गुस्सा सानू करना चाहिए है। आइए असी सीखांगे। सीखण दे लई असी वचन नूं पढ़ांगे। अफसियां उहदा 4 अध्याय, अफसियां दी पत्री उहदा 4 अध्याय, उहदा 26 अते 27 वचन मैं तुहाडे लई शब्दां दे लई पढ़ांगा। 26 अते 27 वचन। तुसी गुस्से ता होवो पर पाप ना करो, सूरज तुहाडे क्रोध उत्ते ना डुब जावे अते ना शैतान नूं थां दिओ। इसका मतलब है, बाइबल दसदी है, क्रोध ता करो पर पाप ना करो। मतलब क्रोध आना, गुस्सा आना स्वाभाविक है। हर एक इंसान को गुस्सा आता है। गुस्सा सिर्फ गलत चीज़ों को सानू देख के आना चाहिए है, जिवें कि कुछ गलत हो रहा है। यस, गुस्सा आना गलत नहीं है। जिवें कि तुसी कुछ गलत हुंदा देख रहे हो, न्याय नहीं हो रहा, गलत न्याय हो रहा है किसी जगह पे, कोई बच्चों को मार रहा है, कोई बुजुर्ग औरत को मार रहा है, कोई बुजुर्गों को मार रहा है, किसी ते अन्याय हो रहा है, कुछ गलत हो रहा, तुहानू देख के गुस्सा आएगा। इट इज़ नैचुरल। पर ये किहड़े गुस्से की गल हो रही है? कह रहा है गुस्सा तो करो पर पाप ना करो। पाप कदों हुंदा है? लिखिया सूरज किते तेरे क्रोध दे नाल ही ढल ना जावे। कहण दा मतलब कि गुस्से दे विच ही शाम ना ढल जाए। सूरज ढलन तो पहला साडा गुस्सा खत्म हो जाना चाहिए है। जिवें कि हसबैंड वाइफ दे नाल गुस्सा, वाइफ दा हसबैंड नाल गुस्सा, बच्चों का माँ बाप नाल गुस्सा, माँ बाप दा बच्चों नाल गुस्सा, होर सारे रिश्तेदारां दे विच गुस्सा, दो दोस्तां दे विचकार गुस्सा, और कई अलग अलग रिश्तियां दे विच गुस्सा हुंदा है। गुस्सा आना स्वाभाविक है कुछ गलत देख के। अगर गुस्सा साडा लगातार बहुत ज़्यादा देर तक बनया रहिंदा तां वो पाप बन जाता है। गुस्सा करना गलत नहीं है, गुस्से नूं बनाए रखना पाप है अते गलत है। कहंदा करो गुस्सा तां करो पर पाप ना करो। जे गुस्सा बनया रह गया तो वह पाप का रूप लै लवेगा। अगली आयत दे विच लिखिया आ, असीं पढ़िया आ, अते ना शैतान नूं थां दिओ। कहंदा शैतान नूं मौका ना दो, दुष्ट नूं मौका ना दो। एक परमेश्वर है जो हमेशा ही सानू जीवन देना चाहता है और हमेशा ही चाहता कि असीं माफ़ करके अगे वधिए और मिल के रहिए। और दूसरा शैतान है, दुष्ट है, जो चाहता है इंसान आपस में लड़े, परिवार टुट जान, क्रोध के कारण लोग एक दूसरे को मारन कुटन, लड़ाई झगड़े होण। पर परमेश्वर चाहता मेल होवे, परमेश्वर चाहते हैं मेल होवे। इस जगह च लिखा शैतान नूं मौका ना दो। अगर शैतान नूं मौका मिल गया तो वह इंसान तो पाप करावेगा। गुस्सा करो पर गुस्से नूं अपने ऊपर शासन राज ना करन दवो, क्योंकि इंसान का गुस्सा जो थोड़ी चिर का होंदा खत्म हो जाता है, नो प्रॉब्लम। जो गुस्सा बनया रहेगा तो वह पाप का रूप लै लवेगा। फिर इंसान अपनी मर्जी नाल नहीं चलूगा, जिस तरह वह गुस्सा चलाऊगा उस तरह ही इंसान चलेगा। गुस्से दे विच उहदे अंदर विचार आण के जिस तरह की असीं सिक्ख्या, सोचूगा मैं उन्होंने मार देवां, मैं ये कर लवां, मैं वो कर लवां, खुद नूं मार लवां, अपने आप को नुकसान पहुँचा लवां, और इंसान कर जाता क्योंकि गुस्सा ही बहुत हुंदा है। जो गुस्सा उतर जाता है उदों पता लगता मैनूं इदां करना नहीं सी चाहिदा, मैनूं अपने भरा दे नाल इस तरह नहीं सी करना चाहिए। परमेश्वर का वचन कहता है, बाइबल सानूं दसदी है कि सब तो पहला कतल बाइबल दे विच गुस्से के कारण ही होया। दो भरा बाइबल दे विच सन जिन्हां दा नाम कैन ते हाबिल सी, और दोनों ने परमेश्वर के अगे ऑफरिंग दी, ऑफरिंग चढ़ाई, बलिदानी चढ़ाई, और हाबिल की बलिदानी जो परमेश्वर ने कबूल की अते कैन की बलिदानी कबूल नहीं की। उसनूं बहुत ज़्यादा गुस्सा आ गया भी मैनू परमेश्वर ने मेरी बलिदानी कबूल क्यों नहीं की, अते इहदी क्यों कर ली मेरे भरा दी। उहदे अंदर जलन आई,
ਗੁੱਸਾ ਆਇਆ ਬਈ ਇਹਦੀ ਕਿਉਂ ਕਰ ਲਈ। ਅੱਜ ਕਈ ਲੋਕਾਂ ਦੇ ਅੰਦਰ ਇਹ ਫਾਲਤੂ ਦਾ ਗੁੱਸਾ ਆ ਜਾਂਦਾ ਕਿ ਉਹਦਾ ਕੰਮ ਬਣ ਗਿਆ, ਮੇਰਾ ਕਿਉਂ ਨਹੀਂ ਬਣਿਆ। ਔਰ ਗੁੱਸੇ ਦੇ ਵਿੱਚ ਲੋਕ ਬਹੁਤ ਸਾਰੇ ਗਲਤ ਕੰਮ ਕਰਦੇ ਆ, ਦੂਸਰਿਆਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰਦੇ ਆ। ਦੁਬਾਰਾ ਟਰਾਈ ਕਰੋ, ਹੋ ਜਾਏਗਾ, ਪਰ ਗੁੱਸਾ ਨਾ ਕਰੋ। ਇਹ ਗੁੱਸੇ ਦਾ ਕਾਰਨ ਨਹੀਂ ਹੈ ਕਿ ਕੋਈ ਵੱਧ ਰਿਹਾ ਔਰ ਤੁਸੀਂ ਨਹੀਂ ਵੱਧ ਰਹੇ। ਆਪਣੇ ਆਪ ਨੂੰ ਸੁਧਾਰੋ, ਗਲਤ ਕਦਮ ਨਾ ਚੁੱਕੋ। ਔਰ ਉਹ ਕੀ ਕਰਦਾ ਹੈ, ਬਾਈਬਲ ਦੱਸਦੀ ਹੈ ਕੈਨ ਹਾबिल ਦੋਨੋਂ ਜੋ ਆਪਸ 'ਚ ਭਰਾ ਸੀ, ਕੈਨ ਜਿਹਦਾ ਬਲੀਦਾਨ ਕਬੂਲ ਨਹੀਂ ਹੋਇਆ, ਉਹਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਅਤੇ ਉਸਨੇ ਗੁੱਸੇ ਦੇ ਵਿੱਚ ਆਪਣੇ ਭਰਾ, ਜੋ ਪਿਆਰੇ ਭਰਾ ਦਾ ਹਾबिल ਦਾ ਕਤਲ ਕਰ ਦਿੱਤਾ, ਉਹਨੂੰ ਮਾਰ ਦਿੱਤਾ। ਅਰੇ ਬਾਈਬਲ ਦੇ ਵਿੱਚ ਪਹਿਲਾ ਕਤਲ ਹੋਇਆ, ਉਹ ਵੀ ਕਿਉਂ? ਗੁੱਸੇ ਦੇ ਕਾਰਨ, ਜਲਨ ਦੇ ਕਾਰਨ ਉਹ ਕਤਲ ਬਾਈਬਲ ਦੇ ਵਿੱਚ ਹੋਇਆ। ਅੱਜ ਵੀ ਕੁਝ ਇਸ ਤਰ੍ਹਾਂ ਦਾ ਹੀ ਹੋ ਰਿਹਾ ਹੈ। ਇਨਸਾਨ ਨੂੰ ਗੁੱਸਾ ਆ ਰਿਹਾ ਹੈ। ਅੱਜ ਨਿਊਜ਼ਪੇਪਰ ਜਦੋਂ ਤੁਸੀਂ ਪੜ੍ਹਦੇ ਹੋ, ਕਈ ਇਸ ਤਰ੍ਹਾਂ ਦੇ ਜਵਾਨ ਜੋ ਨਸ਼ਾ ਕਰਦੇ ਨੇ, ਉਹਨਾਂ ਨੂੰ ਨਸ਼ਾ ਜਦੋਂ ਉਹਨਾਂ ਦੇ ਘਰ ਦੇ ਨਹੀਂ ਲੈ ਕੇ ਦਿੰਦੇ, ਪਿੱਛੇ ਨਿਊਜ਼ਪੇਪਰ ਦੇ ਵਿੱਚ ਅਸੀਂ ਪੜ੍ਹਿਆ ਆ ਕਿ ਉਸਨੇ ਆਪਣੇ ਮਾਂ-ਪਿਓ ਨੂੰ ਹੀ ਮਾਰ ਦਿੱਤਾ, ਬੱਚੇ ਨੇ। ਔਰ ਅਸੀਂ ਪੜ੍ਹਿਆ ਬਹੁਤ ਸਾਰੇ ਇੱਦਾਂ ਦੀ ਗਲਤ ਖਬਰਾਂ, ਬਹੁਤ ਸਾਰੀ ਇੱਦਾਂ ਦੀ ਖਬਰਾਂ, ਜਦੋਂ ਗਲਤ ਨੈਗੇਟਿਵ ਨਿਊਜ਼ ਅਸੀਂ ਸੁਣਦੇ ਹਾਂ, ਬਹੁਤ ਜ਼ਿਆਦਾ ਦੁੱਖ ਹੁੰਦਾ ਕਿ ਗੁੱਸੇ ਦੇ ਵਿੱਚ ਪਰਿਵਾਰ ਦੇ ਆਪਸ ਦੇ ਵਿੱਚ ਲੋਕ ਲੜਦੇ ਆ। ਭਰਾ ਨੂੰ ਮਾਰ ਰਿਹਾ, ਭੈਣ ਨੂੰ ਮਾਰ ਰਹੀ, ਬੱਚੇ ਮਾਂ-ਪਿਓ ਨੂੰ ਮਾਰ ਰਹੇ, ਮਾਂ-ਪਿਓ ਬੱਚਿਆਂ ਨੂੰ ਮਾਰ ਰਹੇ ਆ, ਦੋਸਤ ਨੂੰ ਮਾਰ ਰਿਹਾ ਆ। ਇਹ ਗੁੱਸੇ ਦੇ ਕਾਰਨ ਹੀ ਸਭ ਕੁਝ ਹੋ ਰਿਹਾ, ਜਲਨ ਦੇ ਕਾਰਨ ਹੀ ਸਭ ਕੁਝ ਹੋ ਰਿਹਾ। ਗੁੱਸਾ ਹੀ ਬੁਰਾਈ ਦੀ ਜੜ ਹੈ। ਮੇਰੇ ਭੈਣੋ ਤੇ ਭਰਾਓ, ਅੱਜ ਵਚਨ ਸਾਨੂੰ ਕੀ ਕਹਿੰਦਾ ਹੈ? ਗੁੱਸਾ ਕਰੋ ਪਰ ਪਾਪ ਨਾ ਕਰੋ। ਕਿਤੇ ਸੂਰਜ ਤੁਹਾਡੇ ਕ੍ਰੋਧ ਦੇ ਨਾਲ ਹੀ ਢਲ ਨਾ ਜਾਵੇ, ਮਤਲਬ ਤੁਹਾਡਾ ਗੁੱਸਾ ਖਤਮ ਹੋ ਜਾਣਾ ਚਾਹੀਦਾ, ਥੋੜੀ ਚਿਰ ਲਈ ਹੋਣਾ ਚਾਹੀਦਾ, ਉਸ ਤੋਂ ਬਾਅਦ ਖਤਮ ਹੋ ਜਾਣਾ ਚਾਹੀਦਾ। ਸ਼ੈਤਾਨ ਨੂੰ ਮੌਕਾ ਨਾ ਦਿਓ ਕਿ ਉਹ ਤੁਹਾਡੇ ਉੱਪਰ ਸ਼ਾਸਨ ਕਰੇ ਔਰ ਤੁਹਾਨੂੰ ਆਪਣੀ ਮਰਜ਼ੀ ਨਾਲ ਚਲਾਵੇ। ਅੱਗੇ ਬਾਈਬਲ ਸਾਨੂੰ ਦੱਸਦੀ ਹੈ, ਜ਼ਬੂਰ ਉਹਦਾ 37 ਅਧਿਆਇ 8 ਆਇਤ ਦੇ ਵਿੱਚ ਲਿਖਿਆ ਆ, ਕ੍ਰੋਧ ਨੂੰ ਛੱਡ, ਲਿਖਿਆ ਕ੍ਰੋਧ ਨੂੰ ਛੱਡ, ਕੋਪ ਨੂੰ ਤਿਆਗ ਤੇ ਨਾ ਕੁੜ, ਇਸ ਤੋਂ ਬੁਰਾਈ ਨਿਕਲਦੀ ਹੈ। ਲਿਖਿਆ ਕ੍ਰੋਧ ਨੂੰ ਛੱਡ, ਕੋਪ ਨੂੰ ਤਿਆਗ, ਨਾ ਕੁੜ, ਕਿਉਂਕਿ ਇਸ ਤੋਂ ਬੁਰਾਈ ਹੀ ਨਿਕਲਦੀ ਹੈ। ਮਤਲਬ ਜੇ ਕ੍ਰੋਧ ਕਰਾਂਗੇ, ਕੋਪ ਕਰਾਂਗੇ, ਗੁੱਸਾ ਕਰਾਂਗੇ ਤੇ ਇਸ ਤੋਂ ਕੀ ਨਿਕਲੇਗੀ? ਬੁਰਾਈ ਹੀ ਨਿਕਲੇਗੀ। ਜਿਸ ਤਰ੍ਹਾਂ ਕਿ ਮੈਂ ਇਹ ਵੀ ਦੱਸ ਰਿਹਾ ਕਿ ਗੁੱਸਾ ਕਰਨਾ ਗਲਤ ਨਹੀਂ ਹੈ, ਪਰ ਗੁੱਸੇ ਦਾ ਲਗਾਤਾਰ ਬਣੇ ਰਹਿਣਾ ਇਹ ਗਲਤ ਹੈ। ਜਿਵੇਂ ਕਿ ਮਾਂ ਪਿਓ ਆਪਣੇ ਬੱਚਿਆਂ 'ਤੇ ਗੁੱਸਾ ਕਰਦੇ ਨੇ, ਅਗਰ ਬੱਚੇ ਗਲਤ ਕਰਦੇ ਨੇ, ਯੈਸ ਉਹ ਗੁੱਸਾ ਸਹੀ ਹੈ, ਵੱਡਿਆਂ ਦਾ ਛੋਟਿਆਂ 'ਤੇ ਗੁੱਸਾ ਕਰਨਾ ਸਹੀ ਹੈ। ਔਰ ਜਦੋਂ ਆਪਣੇ ਬੱਚਿਆਂ ਨੂੰ ਗਾਈਡ ਕਰਦੇ, ਇਹ ਸਹੀ ਹੈ, ਸਹੀ ਚੀਜ਼ਾਂ ਲਈ ਗੁੱਸਾ ਗਲਤ ਨਹੀਂ ਹੈ। ਪਰ ਜੇ ਲਗਾਤਾਰ ਉਹ ਗੁੱਸਾ ਬਣਿਆ ਰਹਿੰਦਾ, ਸਾਡੇ ਅੰਦਰ ਗਲਤ ਵਿਚਾਰ ਆਣੇ ਕਿਸ ਲਈ ਸ਼ੁਰੂ ਹੋ ਜਾਂਦੇ ਆ, ਤਾਂ ਉਹ ਗਲਤ ਹੈ। ਮੇਰੇ ਪਿਆਰਿਓ, ਵਚਨ ਇਹ ਦੱਸਦਾ ਹੈ ਸਾਨੂੰ ਕਿ ਜ਼ਿਆਦਾ ਗੁੱਸੇ ਨਾਲ ਬੁਰਾਈ ਹੀ ਨਿਕਲਦੀ ਹੈ। ਔਰ ਕਈ ਲੋਕ ਬਹੁਤ ਜ਼ਿਆਦਾ ਹਾਈ ਟੈਂਪਰੇਚਰ ਗੁੱਸਾ ਕਰਦੇ ਨੇ, ਝੱਟ ਗੁੱਸਾ ਕਰਨ ਵਾਲੇ ਵਿਅਕਤੀ, ਉਹਨਾਂ ਬਾਰੇ ਬਾਈਬਲ ਸਾਨੂੰ ਕੀ ਦੱਸਦੀ ਹੈ? ਕਹਾਤਾਂ 14 ਅਧਿਆਇ ਉਹਦੀ 17 ਵਚਨ 'ਚ ਇਸ ਤਰ੍ਹਾਂ ਲਿਖਿਆ ਹੈ, ਜਿਹੜਾ ਛੇਤੀ ਗੁੱਸੇ ਹੋ ਜਾਂਦਾ ਆ ਉਹ ਮੂਰਖਤਾਈ ਕਰਦਾ ਆ। ਉਹ ਕੀ ਕਰਦਾ ਜੀ? ਮੂਰਖਤਾਈ ਕਰਦਾ ਹੈ, ਜਿਹੜਾ ਛੇਤੀ ਗੁੱਸੇ ਹੋ ਜਾਂਦਾ ਆ। ਹਾਈ ਟੈਂਪਰ ਵਾਲੇ ਲੋਕ, ਹਾਈ ਟੈਂਪਰ ਇੱਕਦਮ ਗੁੱਸੇ ਹੋ ਜਾਂਦੇ ਆ, ਕਹਿੰਦਾ ਉਹ ਮੂਰਖਤਾਈ ਕਰਦੇ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕੀ ਕਰਨਾ, ਉਹ ਗਲਤ ਕਦਮ, ਫਟਾਫਟ ਗਲਤ ਕਦਮ ਚੁੱਕ ਲੈਂਦੇ ਨੇ, ਫਟਾਫਟ ਗਲਤ ਕਦਮ ਚੁੱਕਦੇ ਨੇ। ਹਾਈ ਟੈਂਪਰ ਜਲਦੀ ਹੋ ਜਾਂਦਾ ਉਹਨਾਂ ਦੇ। ਔਰ ਬਾਈਬਲ ਹੋਰ ਕੀ ਦੱਸਦੀ ਉਹਨਾਂ ਬਾਰੇ? ਕਹਾਤਾਂ 22 ਅਧਿਆਇ 24 ਅਤੇ 25 ਆਇਤ ਨੂੰ ਅਸੀਂ ਪੜ੍ਹਾਂਗੇ। ਕਹਾਤਾਂ 22 ਅਧਿਆਇ 24 ਅਤੇ 25 ਆਇਤ। ਲਿਖਿਆ ਆ, ਕ੍ਰੋਧੀ ਦਾ ਮੇਲੀ ਨਾ ਬਣੀ, ਨਾ ਗੁੱਸਾ ਕਰਨ ਵਾਲੇ ਦੇ ਨਾਲ ਤੁਰੀ। ਕਿਹੜਾ? ਝੱਟ ਗੁੱਸਾ ਕਰਨ ਵਾਲੇ ਦਾ ਮੇਲੀ ਨਾ ਬਣੀ। ਨੋ ਫਰੈਂਡਸ਼ਿਪ, ਕਹਿੰਦੇ ਕੋਈ ਵੀ ਫਰੈਂਡਸ਼ਿਪ ਜ਼ਿਆਦਾ ਕ੍ਰੋਧ ਵਾਲਿਆਂ ਦੇ ਨਾਲ ਨਹੀਂ। ਜਿਹੜੇ ਹਾਈ ਟੈਂਪਰ ਵਾਲਿਆਂ ਦੇ ਨਾਲ ਕਹਿੰਦਾ ਮੇਲ ਨਹੀਂ ਕਰਨਾ, ਹਾਈ ਉਹਨਾਂ ਦੇ ਨਾਲ ਸੰਗਤੀ ਨਹੀਂ ਕਰਨੀ। ਕਿਉਂ ਨਹੀਂ ਕਰਨੀ? ਲਿਖਿਆ ਗੁੱਸਾ ਕਰਨ ਵਾਲੇ ਦੇ ਨਾਲ ਤੁਰੀ ਵੀ ਨਾ, ਜਾਈ ਵੀ ਨਾ ਉਹਦੇ ਨਾਲ, ਜਿਹੜਾ ਹਾਈ ਟੈਂਪਰ ਗੁੱਸਾ ਕਰਦਾ ਆ। ਕਿਉਂ ਨਹੀਂ ਜਾਣਾ? ਕਿਤੇ ਇਉਂ ਨਾ ਹੋਵੇ ਜੋ ਤੂੰ ਉਹਦੀ ਚਾਲ ਸਿੱਖ ਲਵੇਂ। ਕਹਿੰਦੇ ਜਿਸ ਤਰ੍ਹਾਂ ਦੀ ਸੰਗਤ ਉੱਦਾਂ ਦੀ ਰੰਗਤ। ਔਰ ਬਾਈਬਲ ਦੱਸਦੀ ਹੈ, ਕਹਿੰਦਾ ਝੱਟ ਕ੍ਰੋਧ ਕਰਨ ਵਾਲੇ ਦਾ ਸਾਥ ਨਾ ਦੇਵੇਂ, ਉਹਦੀ ਸੰਗਤੀ ਨਾ ਕਰੇ, ਕਿਤੇ ਤੂੰ ਵੀ ਉਹਦੇ ਵਰਗਾ ਗੁੱਸਾ ਕਰਨਾ ਸਿੱਖ ਨਾ ਜਾਵੇਂ ਅਤੇ ਤੇਰੀ ਜਾਨ ਫਾਹੀ ਵਿੱਚ ਫਸ ਜਾਵੇ।
तू अपनी जान नूं किते फंदे 'च ना फसा लेवी। वचन कहता है झट क्रोध करने वाले दे नाल ना तुरी। अते बाइबल होर की दसदी है, बाइबल दसदी है गुस्सा करो पर पाप ना करो। सूरज ढलन तो पहला पहला तुहाडा गुस्सा खत्म हो जाना चाहिए है। और बाइबल दसदी है गुस्सा करो किहड़ा करो, कहंदा गुस्सा करन दे विच हौली हो जा तू, स्लो टू एंगर। याकूब की पत्री 'च लिखिया आ, कहंदा स्लो टू एंगर, क्रोध करन 'च धीमा हो जा तू, धीमा हो जा, क्योंकि ज़्यादा क्रोध करने वाला परमेश्वर की धार्मिकता नूं प्रगट कर नहीं सकता, परमेश्वर दे विच बणिया नहीं रह सकता। वो जो ज़्यादा क्रोध करदा आ वो परमेश्वर के वचन 'च नहीं बणिया रह सकता। अते होर लिखिया जिहड़ा ज़्यादा क्रोध करदा आ, कहंदा जिहड़ा ज़्यादा क्रोध करदा आ वो मूर्खता करदा आ, जिहड़ा क्रोध 'च धीमा है वो झगड़े नूं खत्म करदा आ, वो झगड़े नूं की करदा खत्म करदा। अगर वो गलत कुछ हुंदा देखदा उन्होंने गुस्सा आंदा, कहंदा क्रोध 'च धीमा आ अते वो जाके वो मसले नूं हल करदा आ, झगड़े नूं वधा नहीं दिंदा बल्कि मसले नूं की करदा हल कर दिंदा आ। सो क्रोध 'च की होना, धीमा होना, स्लो टू एंगर। और बाइबल दसदी है जिहड़ा धीमा क्रोध करदा वो सूरबीर है, वो सूरबीर है जिहड़ा अब क्रोध दे विच धीमा है। प्रभु यीशु मसीह की कहते हैं क्रोध के बारे, मती उहदे 5 अध्याय दे विच जदों असीं सिੱਖਦੇ हैं इस तरह लिखिया है। प्रभु यीशु मसीह ने कहा तू अपने भरा दे उत्ते जे तू क्रोध किया है तो तू दंड दे योग्य है। क्यों किया है? क्योंकि असीं सिੱਖਿਆ गुस्सा कर पर पाप ना कर। पर प्रभु यीशु मसीह कह रहे हैं तुसीं गलत गुस्सा करना ही नहीं है। अगर तुसीं गुस्सा किया भी है तो प्रभु यीशु मसीह कहते हैं जदों तुसीं कहंदा परमेश्वर के भवन दे विच जांदे हो बलिदान लैके, अगर उत्थे ही अपनी बलिदानी छड्ड, अगर तेरे भरा दे मन च, अगर तेरे मन च तेरे भरा के खिलाफ कुछ है तो उस बलिदानी नूं उत्थे ही छड्ड, भेट नूं छड्ड। तो सब तो पहला गो एंड मीट विद योर ब्रदर, अपने भरा नूं मेल जफ्फी पा, मेल मिलाप कर, क्रोध छड्ड दे, माफ़ कर दे उन्होंने, माफ़ कर दे उन्होंने, अपने भरा नूं की कर माफ़ कर दे, उन्होंने गले ना लगा, मेल मिलाप कर, फिर मेरे को आई, फिर मैं तेरी भेट नूं कबूल करांगा। तो मेरे प्यारो जिहड़े लोग क्रोध दे विच किसी प्रति क्रोध रख के प्रार्थनावां कर रहे, अरदासां कर रहे हैं, उन्हां दी अरदासां नहीं सुनियां जाणगियां, प्रार्थनावां नहीं सुनी जाणगियां। सब तो पहला उन्होंने माफ़ करो, गले ना लगाओ। वचन कहता गले ना लगाओ, उन्होंने माफ़ कर दो, क्रोध नूं खत्म कर दो, मेल मिलाप करो, क्योंकि परमेश्वर साडा चाहते कि साडे परिवारां च आपस च मेल मिलाप होवे। यीशु मसीह ने अपने दुश्मनों को माफ़ करता जिन्हों ने प्रभु यीशु को क्रूस पर चढ़ाया। प्रभु यीशु ने माफ़ करता। प्रभु ने कहा हे पिता इन्होंने क्षमा कर क्योंकि ये नहीं जानते ये की करते हैं। सानू भी अज माफ़ करने की लोड़ है, क्रोध को खत्म करने की लोड़ है अपने जीवन के विचों। सो आइए एक वचन असीं होर पढ़ांगे, समाप्ति वाल जा रहे हैं असीं। अफसियां दी पत्री ओदा 4 अध्याय ओदा 31 ते 32 वचन असीं पढ़ांगे। लिखिया सब कुड़तण, क्रोध, कोप, रौला अते दुर्बचन सारी बुराई सने तुहाडे तो दूर होवे। मतलब कूतड़न, क्रोध, कोप, रौला अते दुर्बचन, मतलब क्रोध, दुर्बचन, रौला, बुरियां चीज़ां, कहंदा सारी बुराई सने तुहाडे तो दूर होण, मतलब तुहाडे जीवन चों बाहर निकलन। परमेश्वर कह रहा इन्हां चीज़ां अपने जीवन चों बाहर कड्डो। वचन कहंदा बाहर कड्डो। और लिखिया अते तुसीं एक दूए नूं उत्ते किरपावान होवो अते तरसवान होवो अते एक दूए नूं माफ़ करो जिवें परमेश्वर ने भी मसीह विच तुहानूं माफ़ कीता आ। की करो जी? माफ़ करो, एक दूसरे नूं माफ़ करो, दिल तो माफ़ कर दो एक दूसरे नूं। कहंदा बुराई तो ना हारो पर भलाई दे नाल बुराई नूं जित लवो। अज अगर कोई भी इंसान तुहाडे नाल बुरा कर रहा है उन्होंने माफ़ कर दो। थोड़े चिर लई तुहाडे अंदर किसी के प्रति भी अगर गुस्सा है, तुहाडे पेरेंट्स के प्रति अगर तुहाडे अंदर गुस्सा है, पेरेंट्स अगर बच्चों के प्रति तुहाडे अंदर गुस्सा है तो अज माफ़ कर दीजिए, गले ना लगाइए। बहुत हो गया गुस्सा। अगर गुस्सा बनया रह गया तो तुसी भी उस जगह 'च गलत हो गए। अगर गुस्सा तुहाडा बहुत चिरां तक बनया रह गया तो तुसी भी गलत हो गए। अज अपने बच्चों को गले ना लगाइए। बच्चियों अगर तुसी माँ बाप के प्रति क्रोध रखा है, गुस्सा रखा, जाके अपने माँ प्यो को गले ना लगाइए। बहुत हो गया गुस्सा।
हे पत्नियों, अगर तुसी अपने पतियों के प्रति क्रोध रखा है, बहुत हो गया गुस्सा, अज माफ़ कर दीजिए, गुस्से तो बाहर आइए। नहीं तो गुस्से के असर असीं पढ़े आ की होंदे ने, रिश्ते टुट जाते हैं गुस्से के, कतल हो जाते हैं, बुराई बहुत हो जाती है। पतियों, अगर तुसी अपने पत्नियों के प्रति गुस्सा रखा तो माफ़ कर दीजिए। विश्वासियों, अगर तुहाडे मन दे विच किसी दूसरे विश्वासी के प्रति गुस्सा है तो माफ़ कर दीजिए। गले ना लगाइए, परमेश्वर कहता माफ़ करो जिस तरह मैं तुहानूं माफ़ किया है, माफ़ करो। सो अज का वचन सानूं समझाना चाह रहा है कि गुस्सा सही चीज़ां 'च करना सही है, पर गुस्से का बने रहना गलत है। सानूं की करना चाहिए है, और अज सानूं गुस्से तो आज़ाद होने की करना चाहिए। सब तो पहला परमेश्वर कोलों आओ, प्रार्थना करो, जिहदे प्रति तुहानूं गुस्सा उहदे लई प्रार्थना करो। बोलो परमेश्वर मैं उन्हें माफ़ करदा हां, उन्होंने दिल तो माफ़ करदा हां, अते उसनूं सुधरन लई उहदे प्रार्थना करो। अते तीसरा, उन्होंने कॉल करो, नहीं तो मिलो, उन्होंने मेल मिलाप करो, फिर ही तुहाडीआं दुआवां कबूल होणीआं आ। उन्हां मेल करो, दिल चों उह चीज़ां नूं बाहर कढ दो। देखो तुहाडे जीवन च कितनी शांति आती है, देखो तुहाडे जीवन च कितनी शांति आ जाती है। शैतान नूं मौका ना दो, दुष्ट नूं मौका ना दो कि वह तुहाडे रिश्ते नूं खत्म ही कर देवे। क्रोध तो बाहर आ जाओ प्यारिओ, परमेश्वर दे प्यारिओ, क्रोध चों बाहर आ जाओ। असीं सिੱਖਿਆ अज कि क्रोध की है, गुस्सा की है, गुस्सा क्यों आंदा है, किस तरह गुस्सा प्रगट होंदा है, उहदा असर की है, और इंसान गुस्से तो आज़ाद होने लई की करदा है, और किस तरह का उहदे अंदर गुस्से दे प्रगट होंदा है। और परमेश्वर का वचन सानू क्रोध बारे की दसदा है, असी सारियां गल्लां नूं अज वचन से सीखिया है। प्यारिओ, अज माफ़ कर दीजिए, कॉल करके, जेड़े कोई दूर है तो उन्होंने फ़ोन पर माफ़ करिए, अगर कोई नेड़े है जाके उन्होंने मिल के अपने गुस्से नूं खत्म करिए, मेल करिए। परमेश्वर तुहानूं मेल मिलाप लई बुलाया है। सो परमेश्वर तुहानूं सारिआं नूं बहुत बरकत दे, लगातार साडे नाल बने रहिए। परमेश्वर तुहानूं बहुत बरकत देवे। गॉड ब्लैस यू। सब नूं जय मसीह।